ਦੋਸਤੋ ਹਾਜ਼ਰ ਹਾਂ ਇੱਕ ਹੋਰ ਰਿਪੋਰਟ ਲੈ ਕੇ। ਮੇਰੀ ਅੱਜ ਦੀ ਇਸ ਰਿਪੋਰਟ ਦੇ ਨਾਲ ਹੀ ਆਪਾਂ ਕੰਕਲੂਡ ਕਰਾਂਗੇ ਪੰਜਾਬ ਦੇ ਨਾਰਕੋਸ ਆਪਣੀ ਲੜੀ ਦਾ ਸੀਜ਼ਨ 2, ਜਿਸ ਵਿੱਚ ਆਪਾਂ 5 ਪਾਰਟ ਯਾਨੀ ਕਿ 5 ਐਪੀਸੋਡ ਪਹਿਲਾਂ ਵੇਖ ਚੁੱਕੇ ਹਾਂ। ਇਹ ਇਸ ਸੀਜ਼ਨ 2 ਦਾ 6ਵਾਂ ਤੇ ਕੰਕਲੂਡਿੰਗ ਪਾਰਟ ਹੈ। ਆਪਾਂ ਹੈਪੀ ਜੱਟ ਤੋਂ ਨਵਪ੍ਰੀਤ ਨਵ, ਅਕਸ਼ੇ ਛਾਬੜਾ ਤੋਂ ਰਣਜੀਤ ਚੀਤਾ ਦੀ ਗੱਲ ਕੀਤੀ ਤੇ ਪਿਛਲੇ ਐਪੀਸੋਡ ਯਾਨੀ ਕਿ ਪਾਰਟ 5 ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਜਿਮੀ ਸਲਾਈਸ ਸੰਧੂ ਦਾ। ਜਿਮੀ ਸੰਧੂ ਜੋ ਕਿ ਵੈਸੇ ਤਾਂ ਪੰਜਾਬ ਵਿੱਚ ਜੰਮਿਆ ਸੀ, ਲੇਕਿਨ 7-8 ਸਾਲ ਦੀ ਉਮਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਚਲਾ ਜਾਂਦਾ ਹੈ। ਐਬਟਸਫੋਰਡ ਵਿਖੇ ਆਪਣੀ ਦਾਦੀ ਦੇ ਨਾਲ ਰਹਿੰਦਾ ਹੈ, ਉੱਥੇ ਹੀ ਪਲਿਆ ਵਧਿਆ। ਬਾਅਦ ਦੇ ਵਿੱਚ ਅੰਡਰਵਰਲਡ ਦੀ ਗਤੀਵਿਧੀਆਂ ਦੇ ਵਿੱਚ ਇਨਵੋਲਵ ਹੋਇਆ। ਜੁਝਾਰ ਖੁਨਖੁਨ, ਤੱਕ ਗੈਂਗ ਅਤੇ ਯੂਨਾਈਟਿਡ ਨੇਸ਼ਨਸ ਦੇ ਨਾਲ ਉਸ ਦੀ ਸਾਂਝ ਰਹੀ। ਮੈਟ ਕੈਂਪਬੈਲ ਨਾਂ ਦੇ ਇੱਕ ਰੈੱਡ ਸਕੋਰਪੀਅਨਸ ਦੇ ਗੈਂਗਸਟਰ ਦਾ ਕਤਲ ਜਿਹੜਾ ਹੁੰਦਾ ਹੈ, ਉਸ ਮਾਮਲੇ ਦੇ ਵਿੱਚ 2014 ਦੇ ਵਿੱਚ ਇਹ ਕਤਲ ਹੋਇਆ ਸੀ। ਇਸ ਮਾਮਲੇ ਦੇ ਵਿੱਚ ਚਾਰਜ ਵੀ ਕੀਤਾ ਗਿਆ ਸੀ, ਲੇਕਿਨ ਜਿਮੀ ਸਲਾਈਸ ਸੰਧੂ ਦੇ ਖਿਲਾਫ ਲੋੜੀਂਦੇ ਸਬੂਤ ਨਾ ਹੋ ਪਾਉਣ ਕਾਰਨ ਕਰਾਊਨ ਕਾਉਂਸਲ ਨੇ ਉਸ ਦੇ ਖਿਲਾਫ ਮੁਕੱਦਮਾ ਅੱਗੇ ਨਹੀਂ ਤੋਰਿਆ। ਇਸ ਤੋਂ ਬਾਅਦ ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਨਹੀਂ ਸੀ, ਉਸ ਨੂੰ ਭਾਰਤ ਦੇ ਵਿੱਚ ਡਿਪੋਰਟ ਕੀਤਾ ਜਾਂਦਾ ਹੈ। 2016 ਦੇ ਵਿੱਚ ਭਾਰਤ ਦੇ ਵਿੱਚ ਡਿਪੋਰਟ ਹੋਣ ਤੋਂ ਬਾਅਦ 2.5 ਸਾਲਾਂ ਦੇ ਵਿੱਚ ਕੈਟਾਮਿਨ ਡਰੱਗ ਦਾ ਇੱਕ ਬਹੁਤ ਵੱਡਾ ਸਿੰਡੀਕੇਟ, ਇੱਕ ਰੈਕੇਟ, ਇੱਕ ਰਿੰਗ ਗੋਆ ਅਤੇ ਮਹਾਰਾਸ਼ਟਰ ਦੀ ਅਲੱਗ-ਅਲੱਗ ਲੈਬਸ ਤੇ ਫੈਕਟਰੀਆਂ ਤੋਂ ਜਿਮੀ ਸਲਾਈਸ ਸੰਧੂ ਨੇ ਸ਼ੁਰੂ ਕੀਤਾ। ਇਹ ਸਾਰੀ ਗੱਲਾਂ ਬਾਤਾਂ ਆਪਾਂ ਆਪਣੀ ਪਿਛਲੀ ਰਿਪੋਰਟ ਦੇ ਵਿੱਚ ਵੇਰਵੇ ਸਹਿਤ ਤੁਹਾਨੂੰ ਦੱਸ ਚੁੱਕੇ ਹਾਂ। ਪਿਛਲੀ ਰਿਪੋਰਟ ਦਾ ਆਖਰੀ ਹਿੱਸਾ, ਉਸ ਦੇ ਵਿੱਚ ਆਪਾਂ ਜਿਮੀ ਸਲਾਈਸ ਸੰਧੂ ਦੇ, ਜੋ ਕਿ DRI ਯਾਨੀ ਕਿ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਵੱਲੋਂ ਪਾਣੀਪਤ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਕਈ ਸਾਲ ਉਹ ਜੇਲ੍ਹ ਦੇ ਵਿੱਚ ਵੀ ਰਿਹਾ, ਲੇਕਿਨ ਬੇਲ ਉੱਤੇ ਬਾਹਰ ਆਉਣ ਤੋਂ ਬਾਅਦ ਉਸ ਦੇ ਦੇਸ਼ ਛੱਡ ਕੇ ਨਿਕਲਣ ਦੀ ਗੱਲ ਕੀਤੀ ਸੀ, ਯਾਨੀ ਕਿ ਉਹ ਭਾਰਤ ਛੱਡ ਕੇ ਫਰਾਰ ਹੋ ਗਿਆ। ਇੱਕ ਬਹੁਤ ਹੀ ਵੱਡੇ ਡਰੱਗ ਦੇ ਤਸਕਰੀ ਦੇ ਮਾਮਲੇ ਦਾ ਐਡਾ ਵੱਡਾ ਸਰਗਨਾ, DRI ਦੇ ਦਰਜ ਮਾਮਲੇ ਐਡੇ ਵੱਡੇ ਹੋਏ ਭਾਂਡੇ ਫੋੜ ਜਾਂ ਪਰਦਾਫਾਸ਼ ਤੋਂ ਬਾਅਦ ਕਿਵੇਂ ਦੇਸ਼ ਛੱਡ ਕੇ ਨਿਕਲ ਗਿਆ, ਇਹ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਸੀ ਕਿ ਹੇਠਲੇ ਪੱਧਰ ਉੱਤੇ ਕੋਈ ਅਜਿਹੀ ਰਿਸ਼ਵਤਖੋਰੀ ਹੋਈ ਜਿਸ ਦੇ ਚੱਲਦਿਆਂ ਇਸ ਸਮਗਲਰ ਨੂੰ ਇਮਦਾਦ ਮਿਲੀ। ਕਿਉਂਕਿ ਦੋਸਤੋ 2.5 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਮਹਾਰਾਸ਼ਟਰ, ਗੋਆ ਦੇ ਵਿੱਚ ਇੱਕ ਐਡਾ ਵੱਡਾ ਆਪਣਾ ਨੈਟਵਰਕ, ਆਪਣਾ ਸਿੰਡੀਕੇਟ ਖੜਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਦੇ ਪਿੱਛੇ ਇੱਕ ਬਹੁਤ ਵੱਡਾ ਗੈਂਗ ਕੰਮ ਕਰਦਾ ਪਿਆ ਸੀ। ਜਿਮੀ ਸਲਾਈਸ ਸੰਧੂ ਦੀ ਉਮਰ ਉਸ ਵਕਤ ਤਕਰੀਬਨ 27-28 ਸਾਲਾਂ ਦੀ ਸੀ, ਲੇਕਿਨ 27-28 ਸਾਲਾਂ ਦਾ ਵਿਅਕਤੀ ਜੋ ਕਿ ਪੰਜਾਬ ਦੇ ਵਿੱਚ ਪਿਛਲੇ ਤਕਰੀਬਨ 1.5-2 ਦਹਾਕੇ ਰਿਹਾ ਨਹੀਂ ਸੀ ਜਾਂ ਭਾਰਤ ਦੇ ਵਿੱਚ ਰਿਹਾ ਹੀ ਨਹੀਂ ਸੀ, ਉਸ ਵੱਲੋਂ ਮਹਾਰਾਸ਼ਟਰ ਤੇ ਗੋਆ ਦੇ ਵਿੱਚ ਆ ਕੇ ਐਡਾ ਵੱਡਾ ਸਿੰਡੀਕੇਟ ਖੜਾ ਕਰਨਾ ਲਗਭਗ ਨਾਮੁਮਕਿਨ ਸੀ। ਸੋ ਕਲੀਅਰ ਸੀ ਕਿ ਉਸ ਦੇ ਪਿੱਛੇ ਉਹ ਜਿਹੜਾ ਗੈਂਗ ਯੂਨਾਈਟਿਡ ਨੇਸ਼ਨਸ ਹੋਵੇ ਜਾਂ ਫਿਰ ਜੁਝਾਰ ਖੁਨਖੁਨ ਵਰਗੇ ਡਰੱਗ ਦੇ ਤਸਕਰ ਜੋ ਕਿ ਅੱਜ ਦੀ ਤਰੀਕ ਦੇ ਵਿੱਚ ਕੈਨੇਡਾ ਦੀਆਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹ ਆਪਰੇਟ ਕਰਦੇ ਪਏ ਸਨ। ਇੱਕ ਪੂਰਾ ਕ੍ਰਾਈਮ ਦਾ ਸਿੰਡੀਕੇਟ, ਡਰੱਗ ਸਮਗਲਿੰਗ ਦਾ ਕਾਰਟੇਲ ਉਸ ਦੇ ਪਿੱਛੇ ਕੰਮ ਕਰਦਾ ਪਿਆ ਸੀ। ਦੁਨੀਆ ਦੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਸਣੇ ਕੈਨੇਡਾ, ਇੰਗਲੈਂਡ ਅਤੇ ਬੈਂਕਾਕ, ਥਾਈਲੈਂਡ ਵਰਗੇ ਮੁਲਕਾਂ ਦੇ ਵਿੱਚ ਜਿਹੜੀ ਨਸ਼ੇ ਦੀ ਸਪਲਾਈ ਸੀ, ਪਾਰਟੀ ਡਰੱਗ ਦੀ ਸਪਲਾਈ ਸੀ, ਉਹ ਇਸੇ ਸਿੰਡੀਕੇਟ ਵੱਲੋਂ ਭਾਰਤ ਤੋਂ ਕੀਤੀ ਜਾਣੀ ਸ਼ੁਰੂ ਹੋ ਚੁੱਕੀ ਸੀ। ਤਦ ਤੱਕ ਜਦ ਤੱਕ ਕਿ DRI ਦੀਆਂ ਨਜ਼ਰਾਂ ਇਹਨਾਂ ਦੇ ਉੱਤੇ ਨਹੀਂ ਪਈਆਂ, ਇਸ ਮਾਮਲੇ ਦੇ ਵਿੱਚ ਇਹਨਾਂ ਦੀ ਧਰਪਕੜ ਨਹੀਂ ਹੋਈ। ਫਾਈਨਲੀ ਜਿਵੇਂ ਆਪਾਂ ਆਪਣੀ ਪਿਛਲੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਮੀ ਸਲਾਈਸ ਸੰਧੂ ਭਾਰਤ ਛੱਡ ਕੇ ਮਿਆਂਮਾਰ ਗਿਆ। ਮਿਆਂਮਾਰ ਤੋਂ ਉਸਨੇ ਅਗਲਾ ਜਿਹੜਾ ਮੁਲਕ ਫੜਿਆ ਉਹ ਸੀ ਵੀਅਤਨਾਮ। ਮਿਆਂਮਾਰ ਦੇ ਵਿੱਚ ਕੁਝ ਹਫ਼ਤੇ ਸ਼ਾਇਦ ਮਹੀਨੇ ਰਿਹਾ, ਇਸ ਤੋਂ ਬਾਅਦ ਵੀਅਤਨਾਮ ਦੇ ਵਿੱਚ ਕਈ ਮਹੀਨੇ ਰਿਹਾ। ਫਾਈਨਲੀ ਉਹ ਮਲੇਸ਼ੀਆ ਲੈਂਡ ਕੀਤਾ ਤੇ ਮਲੇਸ਼ੀਆ ਤੋਂ ਬਾਅਦ ਉਸਨੇ ਆਪਣਾ ਆਖਰੀ ਠਿਕਾਣਾ, ਉਹ ਆਖਰੀ ਟਿਕਾਣਾ ਜਿੱਥੇ ਕਿ ਜਿਮੀ ਸਲਾਈਸ ਸੰਧੂ ਨੂੰ ਉਸਦੇ ਵਿਰੋਧੀ ਕਾਰਟੇਲ ਵੱਲੋਂ ਨਿਸ਼ਾਨਾ ਬਣਾਇਆ ਜਾਣਾ ਸੀ, ਉਹ ਮੁਲਕ ਸੀ ਥਾਈਲੈਂਡ। ਤੇ ਥਾਈਲੈਂਡ ਦਾ ਇੱਕ ਆਈਲੈਂਡ ਫੂਕੇ। ਆਪਾਂ ਸਾਰੇ ਜਾਣਦੇ ਹਾਂ ਟੂਰਿਸਟ ਜਿਹੜੇ ਹੈਗੇ ਨੇ, ਪਰਯਟਕ ਜਿਹੜੇ ਹੈਗੇ ਨੇ, ਫੂਕੇ ਦੇ ਵਿੱਚ ਹਰ ਸਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਂਦੇ ਨੇ। ਇੱਕ ਬਹੁਤ ਹੀ ਸਾਫ਼ ਸੁੰਦਰ ਤੇ ਖੂਬਸੂਰਤ ਆਈਲੈਂਡ ਇਸ ਨੂੰ ਕਿਹਾ ਜਾ ਸਕਦਾ ਹੈ। ਫੂਕੇ ਦੇ ਦੱਖਣ ਪੂਰਬੀ ਇੱਕ ਕੋਸਟਲ ਇਲਾਕੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਮੀ ਸਲਾਈਸ ਸੰਧੂ ਨੇ ਆਪਣਾ ਅੱਡਾ ਵੀ ਬਣਾ ਰੱਖਿਆ ਸੀ, ਆਪਣਾ ਟਿਕਾਣਾ ਵੀ ਬਣਾ ਰੱਖਿਆ ਸੀ। ਬੀਚ ਦੇ ਉੱਤੇ ਇੱਕ ਵੀਲਾ ਲੈ ਰੱਖਿਆ ਸੀ ਜਿੱਥੇ ਕਿ ਆਖਰੀ ਸਮੇਂ ਉੱਤੇ ਜਿਮੀ ਸਲਾਈਸ ਸੰਧੂ ਰਹਿ ਰਿਹਾ ਸੀ। ਸੋ ਸੰਧੂ ਜੋ ਕਿ ਪੰਜਾਬ ਦੇ ਵਿੱਚ ਜੰਮਿਆ, ਐਬਟਸਫੋਰਡ ਕੈਨੇਡਾ ਦੇ ਵਿੱਚ ਪਲਿਆ, ਮਹਾਰਾਸ਼ਟਰ ਅਤੇ ਗੋਆ ਤੋਂ ਉਸਨੇ ਆਪਣਾ ਡਰੱਗ ਦਾ ਸਿੰਡੀਕੇਟ ਵੱਖਰੇ ਪੱਧਰ ਉੱਤੇ ਸ਼ੁਰੂ ਕੀਤਾ। ਵੀਅਤਨਾਮ, ਮਲੇਸ਼ੀਆ ਹੁੰਦਿਆਂ ਹੋਇਆਂ ਉਹ ਫਾਈਨਲੀ ਥਾਈਲੈਂਡ ਪਹੁੰਚਦਾ ਹੈ ਤੇ ਫੂਕੇ ਵਿੱਚ ਵੀਲਾ ਲੈ ਕੇ ਰਹਿ ਰਿਹਾ ਹੁੰਦਾ ਹੈ। ਲੇਕਿਨ ਕੈਨੇਡਾ ਦੇ, ਬ੍ਰਿਟਿਸ਼ ਕੋਲੰਬੀਆ ਦੇ ਜਾਂ ਉੱਤਰੀ ਅਮਰੀਕਾ ਦੇ ਡਰੱਗ ਕਾਰਟੇਲਸ ਜਾਂ ਸਿੰਡੀਕੇਟਸ ਦੀ ਜਿਹੜੀ ਗੈਂਗ ਵਾਰ ਹੈ, ਇਹ ਬਹੁਤ ਹੀ ਮਾੜੀ ਤੇ ਮਾਰੂ ਗੈਂਗ ਵਾਰ ਹੈ। ਜੇ ਇੱਥੇ ਤੁਸੀਂ ਇਹਨਾਂ ਗੈਂਗ ਵਾਰਸ ਦੌਰਾਨ ਕਾਰਟੇਲਸ ਤੇ ਡਰੱਗ ਸਮਗਲਰਸ ਦੀ ਆਪਸੀ ਖਹਿਬਾਜ਼ੀ ਯਾਨੀ ਕਿ ਡਰੱਗਸ ਦੇ ਕਾਰੋਬਾਰ ਉੱਤੇ ਵਰਚਸਵ, ਕਬਜ਼ਾ ਜਮਾਉਣ ਦੀ ਜਿਹੜੀ ਲੜਾਈ ਹੈ, ਬਲੱਡੀ ਲੜਾਈ ਇਸ ਨੂੰ ਕਿਹਾ ਜਾ ਸਕਦਾ ਹੈ, ਜੇ ਉਸ ਉੱਤੇ ਧਿਆਨ ਦਿਓ। ਮੇਰੀਆਂ ਅਲੱਗ-ਅਲੱਗ ਰਿਪੋਰਟਸ ਬਣੀਆਂ ਹੋਈਆਂ ਨੇ
BC ਗੈਂਗਸ ਦੇ ਨਾਂ ਨਾਲੋਂ ਇੱਕ ਪਲੇਲਿਸਟ ਇਸੇ ਚੈਨਲ ਰਿਤੇਸ਼ ਲਖੀ ਅਨਪਲੱਗਡ YouTube ਦਾ ਹਿੱਸਾ ਹੈ। ਤੁਸੀਂ ਉਸ ਪਲੇਲਿਸਟ ਉੱਤੇ ਜਾ ਕੇ ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਦੀ ਗੈਂਗ ਵਾਰ ਬਾਰੇ ਸਾਰੀ ਵੀਡੀਓਜ਼ ਦੇਖ ਸਕਦੇ ਹੋ, ਸਮਝ ਸਕਦੇ ਹੋ। 4 ਸਾਢੇ 4 ਦਹਾਕੇ ਤੋਂ ਬਿੰਦੀ ਜੌਹਲ ਤੋਂ ਲੈ ਕੇ ਦੋਸਾਂਝ ਬ੍ਰਦਰਜ਼ ਤੇ ਉਸ ਤੋਂ ਬਾਅਦ ਨਾ ਜਾਣੇ ਕਿੰਨੀ ਗੈਂਗ ਵਾਰਸ ਹੋਈਆਂ, ਕਨਫਲਿਕਟਸ ਹੋਈਆਂ ਤੇ ਇਸ ਦੇ ਵਿੱਚ ਵੱਡੇ ਤੋਂ ਵੱਡਾ ਗੈਂਗਸਟਰ ਤਕਰੀਬਨ 28, 29, 30, 31 ਸਾਲਾਂ ਮੈਕਸਿਮਮ ਇਸ ਉਮਰ ਤੱਕ ਜਾਂਦਿਆਂ ਦੂਸਰੇ ਗੁੱਟਾਂ ਵੱਲੋਂ, ਵਿਰੋਧੀ ਗੁੱਟਾਂ ਵੱਲੋਂ, ਗੈਂਗਸਟਰਾਂ ਵੱਲੋਂ ਹਲਾਕ ਕਰਤਾ ਗਿਆ। ਸੋ ਇਹੀ ਜਿਮੀ ਸਲਾਈਸ ਸੰਧੂ ਦੇ ਨਾਲ ਵੀ ਹੋਣਾ ਸੀ, ਜੋ ਕਿ ਦੇਸ਼ ਵੀ ਛੱਡ ਚੁੱਕਾ ਸੀ। ਇੱਕ ਬਹੁਤ ਹੀ ਗੁਮਨਾਮ ਜ਼ਿੰਦਗੀ ਉਹ ਜੀ ਰਿਹਾ ਸੀ, ਕਿਸੇ ਨੂੰ ਪਤਾ ਨਹੀਂ ਸੀ ਕਿ ਦੁਨੀਆ ਦੇ ਕਿਹੜੇ ਮੁਲਕ ਦੇ ਵਿੱਚ ਉਹ ਰਹਿ ਰਿਹਾ ਹੈ। ਭਾਰਤ ਤੋਂ ਕਿਵੇਂ ਉਹ ਮਿਆਂਮਾਰ, ਵੀਅਤਨਾਮ, ਮਲੇਸ਼ੀਆ ਤੇ ਥਾਈਲੈਂਡ ਤੇ ਫੂਕੇ ਪਹੁੰਚਦਾ ਹੈ। ਇਸ ਚੀਜ਼ ਬਾਰੇ ਭਾਰਤੀ ਜਾਂਚ ਏਜੰਸੀਆਂ ਨੂੰ ਵੀ ਨਹੀਂ ਪਤਾ ਸੀ। ਲੇਕਿਨ ਤੁਸੀਂ ਕੈਨੇਡਾ ਦੇ ਗੈਂਗਸ ਤੇ ਉੱਥੋਂ ਦੇ ਡਰੱਗ ਕਾਰਟਲਸ ਦੇ ਰਿਸੋਰਸਿਸ ਤੇ ਉਹਨਾਂ ਦਾ ਨੈਟਵਰਕ ਵੇਖੋ। ਫਾਈਨਲੀ ਜਿਮੀ ਸਲਾਈਸ ਸੰਧੂ ਦੀ ਲੋਕੇਸ਼ਨ ਨੂੰ ਥਾਈਲੈਂਡ ਦੇ ਫੂਕੇ ਦੇ ਵਿੱਚ ਮਾਰਕ ਕਰ ਲਿਆ ਗਿਆ, ਜਿਸ ਤੋਂ ਬਾਅਦ ਵਿਰੋਧੀ ਗੈਂਗ, ਹੁਣ ਆਪਾਂ ਇੱਥੇ ਜਾਣਦੇ ਹਾਂ ਕਿ ਜਨਵਰੀ 2, 2014 ਨੂੰ ਐਬਟਸਫੋਰਡ ਦੇ ਇੱਕ ਆਟੋ ਮਾਲ ਦੇ ਵਿੱਚ ਮੈਟ ਕੈਂਪਬੈਲ ਨਾਂ ਦੇ ਰੈੱਡ ਸਕੋਰਪੀਅਨ ਗੈਂਗਸਟਰ ਨੂੰ ਛੁਰਿਆਂ ਦੇ ਨਾਲ ਮਾਰਿਆ ਗਿਆ ਸੀ। ਉਸ ਦੀ ਗਰਦਨ ਜਾਂ ਉਹਦੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਛੁਰੇ ਮਾਰੇ ਗਏ ਸੀ, ਜਿਸ ਤੋਂ ਬਾਅਦ ਮੈਟ ਕੈਂਪਬੈਲ ਬਹੁਤ ਹੀ ਬੁਰੀ ਤਰ੍ਹਾਂ ਫੱਟੜ ਹੋਣ ਤੋਂ ਬਾਅਦ ਇੱਕ ਆਟੋ ਬਿਜ਼ਨਸ ਮਾਲ ਦੇ ਅੰਦਰ ਘੁਸ ਗਿਆ, ਲੇਕਿਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤੋਂ ਬਾਅਦ 30 ਦਿਨ ਤੱਕ ਐਬਟਸਫੋਰਡ ਪੁਲਿਸ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ, ਜਿਸ ਨੂੰ ਆਈਹਿਟ ਕਿਹਾ ਜਾਂਦਾ ਹੈ, ਕੰਬਾਈਨਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਜਿਹੜੀ ਹੈ CFSU ਬ੍ਰਿਟਿਸ਼ ਕੋਲੰਬੀਆ ਦੀ, ਕੈਨੇਡਾ ਦੀ, ਇਹਨਾਂ ਤਿੰਨੋਂ ਜਾਂਚ ਏਜੰਸੀਆਂ, ਐਨਫੋਰਸਮੈਂਟ ਏਜੰਸੀਆਂ ਨੇ ਰਲ ਕੇ ਆਪਰੇਸ਼ਨ ਚਲਾਇਆ। 1 ਮਹੀਨੇ ਤੱਕ ਚੱਲੇ ਇਸ ਆਪਰੇਸ਼ਨ ਤੋਂ ਬਾਅਦ ਫਾਈਨਲੀ ਜਿਮੀ ਸਲਾਈਸ ਸੰਧੂ ਨੂੰ ਫਰਵਰੀ ਦੇ ਪਹਿਲੇ ਹਫਤੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੂੰ ਇਸ ਹੋਮਿਸਾਈਡ ਲਈ, ਯਾਨੀ ਕਿ ਕਤਲ ਲਈ, ਸੈਕੰਡ ਡਿਗਰੀ ਮਰਡਰ ਲਈ ਚਾਰਜ ਵੀ ਕੀਤਾ ਗਿਆ। ਲੇਕਿਨ ਫਾਈਨਲੀ ਕਰਾਊਨ ਕਾਉਂਸਲ ਨੇ ਉਸ ਦੇ ਖਿਲਾਫ ਜਿਹੜੇ ਸਬੂਤ ਸੀ ਉਹਨਾਂ ਨੂੰ ਨਾ ਕਾਫੀ ਪਾਇਆ, ਜਿਸ ਤੋਂ ਬਾਅਦ ਇਸ ਕੇਸ ਦੇ ਵਿੱਚ ਉਹ ਬਚ ਗਿਆ। ਲੇਕਿਨ ਇਸ ਤੋਂ ਪਹਿਲਾਂ ਉਸ ਦੇ ਖਿਲਾਫ ਕਈ ਮੁਕੱਦਮੇ ਸਨ। ਕਿਡਨੈਪਿੰਗ ਦਾ ਇੱਕ ਮੁਕੱਦਮਾ ਸੀ, ਕਈ ਥਾਂ ਉੱਤੇ ਲੁੱਟਾਂ ਖੋਹਾਂ, $5000 ਤੋਂ ਘੱਟ ਦੀ ਥੈਫਟ, ਚੋਰੀ ਦਾ, ਇਸ ਤਰੀਕੇ ਦੇ ਕਈ ਇਲਜ਼ਾਮ ਸਨ। ਤੇ ਵੱਡੀ ਗੱਲ ਇਹ ਸੀ, ਜਿਵੇਂ ਮੈਂ ਆਪਣੀ ਪਿਛਲੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ, ਕਿ ਜਿਮੀ ਸਲਾਈਸ ਸੰਧੂ ਕੈਨੇਡਾ ਦਾ ਸਿਟੀਜ਼ਨ ਨਹੀਂ ਸੀ। ਇਸੇ ਕਰਕੇ ਉਸ ਨੂੰ ਪੋਸੀਬਲੀ ਉਸ ਦੇ ਡਰੱਗ ਕਾਰਟਲ ਦੀ ਮਦਦ ਦੇ ਨਾਲ ਹੀ ਭਾਰਤ ਵਿੱਚ ਡਿਪੋਰਟ ਕਰਾਇਆ ਗਿਆ। ਤੇ ਕਿਉਂਕਿ ਭਾਰਤ ਵਿੱਚ ਕੋਈ ਕੇਸ ਨਹੀਂ ਸੀ, ਸੋ ਜਿਮੀ ਸੰਧੂ ਆਜ਼ਾਦ ਸੀ ਭਾਰਤ ਦੇ ਵਿੱਚ, ਜਿੱਥੇ ਕਿ ਉਸਨੇ ਆਪਣਾ ਕੈਟਾਮਾਈਨ ਦੀ ਸਮਗਲਿੰਗ ਤੇ ਮੈਨੂਫੈਕਚਰਿੰਗ ਦਾ ਇੱਕ ਬਹੁਤ ਵੱਡਾ ਬਿਜ਼ਨਸ ਖੜਾ ਕੀਤਾ। ਆਪਣੇ ਗੈਂਗ ਮੈਂਬਰ ਦੀ ਹੋਈ ਹੱਤਿਆ ਅਤੇ ਆਪਣੇ ਵਿਰੋਧੀ ਗੈਂਗ ਦੇ ਬਿਜ਼ਨਸ ਨੂੰ, ਸਿੰਡੀਕੇਟ ਨੂੰ ਚਲਾਉਣ ਵਾਲੀ ਇੱਕ ਅਹਿਮ ਕੜੀ ਜਿਮੀ ਸਲਾਈਸ ਸੰਧੂ ਨੂੰ ਨਿਸ਼ਾਨਾ ਬਣਾਉਣ ਲਈ, ਉਸ ਨੂੰ ਟਾਰਗੇਟ ਕਰਨ ਲਈ ਰੈੱਡ ਸਕੋਰਪੀਅਨ ਗੈਂਗਸ ਤੇ ਪੋਸੀਬਲੀ ਉਸ ਦੇ ਐਲਾਈਜ਼ ਵੱਲੋਂ ਇੱਕ ਠੇਕਾ, ਇੱਕ ਕੰਟਰੈਕਟ ਦਿੱਤਾ ਗਿਆ, ਜੋ ਕਿ ਕਤਲ ਦਾ ਕੰਟਰੈਕਟ ਸੀ। ਇਸ ਕੰਟਰੈਕਟ ਕਿਲਿੰਗ ਲਈ 2 ਅਜਿਹੇ ਵਿਅਕਤੀਆਂ ਨੂੰ ਚੁਣਿਆ ਗਿਆ, ਜੋ ਕਿ ਕੈਨੇਡਾ ਦੀ ਆਰਮਡ ਫੋਰਸਿਸ, ਯਾਨੀ ਕਿ ਕੈਨੇਡੀਅਨ ਫੌਜ ਦੇ ਵਿੱਚ ਮੈਰੀਨ ਰਹੇ ਸਨ। ਇਹ ਦੋਹੇ ਕਾਰਪੋਰਲ ਅਹੁਦਿਆਂ ਤੋਂ ਰਿਟਾਇਰ ਹੋਏ ਸਨ, ਵੋਲੰਟਰੀ ਰਿਟਾਇਰਮੈਂਟ ਇਹਨਾਂ ਨੇ ਲਈ ਹੋ ਸਕਦੀ ਹੈ। ਇੱਕ ਦਾ ਨਾਂ ਸੀ ਕਾਰਲ ਲਾਕੈਂਪ ਤੇ ਦੂਸਰੇ ਦਾ ਨਾਂ ਸੀ ਮੈਥਿਊ ਡੂਪਰੇ। ਹੁਣ ਦੱਸਿਆ ਜਾਂਦਾ ਹੈ ਕਿ ਕਾਰਲ ਲਾਕੈਂਪ ਨੇ 8 ਸਾਲ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਨੌਕਰੀ ਕੀਤੀ ਸੀ ਤੇ ਮੈਥਿਊ ਡੂਪਰੇ ਨੇ 6 ਸਾਲ। ਉਸ ਤੋਂ ਬਾਅਦ ਇਹਨਾਂ ਵੱਲੋਂ ਰਿਟਾਇਰਮੈਂਟ ਲੈ ਲਈ ਗਈ, ਲੇਕਿਨ ਰਿਟਾਇਰਮੈਂਟ ਤੋਂ ਬਾਅਦ ਇਹ ਲੋਕ ਅੰਡਰਵਰਲਡ ਦੇ ਨਾਲ ਕੰਟੈਕਟ ਦੇ ਵਿੱਚ ਸਨ, ਕਿਉਂਕਿ ਇਹ ਕੈਨੇਡੀਅਨ ਆਰਮਡ ਫੋਰਸਿਸ ਵੱਲੋਂ ਟ੍ਰੇਨਡ ਸ਼ੂਟਰ ਸਨ। ਇਸ ਵਾਸਤੇ ਇਹਨਾਂ ਨੇ ਇਸ ਤਰੀਕੇ ਦੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਜਿਮੀ ਨੂੰ ਨਿਸ਼ਾਨਾ ਬਣਾਉਣ ਦੀ ਨੀਅਤ ਦੇ ਨਾਲ ਲਾਕੈਂਪ ਅਤੇ ਡੂਪਰੇ ਦੋਹੇ 18 ਦਸੰਬਰ 2021 ਨੂੰ ਥਾਈਲੈਂਡ ਵਿੱਚ ਲੈਂਡ ਕਰਦੇ ਨੇ। 에ਅਰਪੋਰਟਾਂ ਉੱਤੇ ਉਹਨਾਂ ਦੀ ਹਾਜ਼ਰੀ CCTV ਕੈਮਰੇ ਦੇ ਵਿੱਚ ਕੈਪਚਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਫੂਕੇ ਆਈਲੈਂਡ ਦੇ ਉੱਤੇ ਹੀ ਇਹਨਾਂ ਵੱਲੋਂ ਕਈ ਹੋਟਲਾਂ, ਕਈ ਅਜਿਹੀਆਂ ਥਾਂ ਉੱਤੇ ਟਿਕਾਣੇ ਬਦਲੇ ਗਏ। 1.5 ਮਹੀਨਾ ਇਹ ਲੋਕ ਰੈਕੀ ਕਰਦੇ ਰਹੇ। ਇਸ ਵਾਰਦਾਤ ਦੇ ਵਿੱਚ ਰਸ਼ੀਆ ਦੇ ਕੁਝ ਕ੍ਰਿਮੀਨਲਸ ਦੀ ਵੀ ਮਦਦ ਲਈ ਗਈ, ਜਿਨ੍ਹਾਂ ਵੱਲੋਂ ਇੱਕ ਟਰੈਕਰ ਜਿਮੀ ਸਲਾਈਸ ਸੰਧੂ ਦੀ ਜਿਹੜੀ ਕਾਰ ਸੀ ਉਸ ਦੇ ਵਿੱਚ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਮੂਵਮੈਂਟ ਨੂੰ ਇਹ ਲੋਕ ਟਰੈਕ ਕਰਦੇ ਰਹੇ। ਤਕਰੀਬਨ 1.5 ਮਹੀਨੇ ਤੱਕ ਚੱਲੀ ਰੈਕੀ ਤੋਂ ਬਾਅਦ ਫਰਵਰੀ ਦੇ ਪਹਿਲੇ ਹਫਤੇ ਸਾਲ 2022 ਦੇ ਵਿੱਚ ਜਿਮੀ ਸੰਧੂ ਨੂੰ ਉਸੇ ਦੇ ਫੂਕੇ ਦੇ ਵਿਲਾ ਵਿਖੇ ਨਿਸ਼ਾਨਾ ਬਣਾਇਆ ਜਾਂਦਾ ਹੈ। ਜਿਮੀ ਸੰਧੂ ਕਿਸੇ ਥਾਂ ਤੋਂ ਆਪਣੀ ਗੱਡੀ ਦੇ ਵਿੱਚ ਵਾਪਸ ਆਇਆ ਹੁੰਦਾ ਹੈ। ਪੋਰਸ਼ ਦੇ ਵਿੱਚ ਉਸਨੇ ਆਪਣੀ ਗੱਡੀ ਖੜੀ ਕੀਤੀ, ਉਸ ਗੱਡੀ 'ਚੋਂ ਉਤਰਿਆ, ਗੱਡੀ ਦੇ ਵਿੱਚ ਉਸਨੇ ਕੋਈ ਸਮਾਨ ਚੁੱਕਿਆ ਤੇ ਜਿਵੇਂ ਹੀ ਉਹ ਮੁੜਦਾ ਹੈ ਦੂਸਰੇ ਪਾਸੇ, ਕਿਉਂਕਿ ਉਸਦੇ ਜਿਹੜੇ ਵਿਲਾ ਦਾ ਇੱਕ ਇਲਾਕਾ ਓਪਨ ਸੀ ਤੇ ਓਪਨ ਉਸ ਇਲਾਕੇ ਤੋਂ ਬਾਅਦ ਬੀਚ ਸੀ, ਇਸੇ ਬੀਚ ਦੇ ਉੱਤੇ ਝਾੜੀਆਂ ਦੇ ਵਿੱਚੋਂ ਨਿਕਲ ਕੇ ਦੋਹੇ ਲਾਕੈਂਪ ਅਤੇ ਡੂਪਰੇ, ਜਿਨ੍ਹਾਂ ਨੇ ਦੱਸਿਆ ਜਾਂਦਾ ਹੈ ਕਿ ਉਸ ਵਕਤ ਕੈਪਰੀਜ਼ ਪਾਈਆਂ ਹੋਈਆਂ ਸਨ, ਇਹਨਾਂ ਵੱਲੋਂ CZ ਅਤੇ ਵਾਲਟਰ
ਸੈਮੀ ਆਟੋਮੈਟਿਕ ਅਤੇ ਫੁੱਲੀ ਆਟੋਮੈਟਿਕ 9mm ਪਿਸਟਲਸ ਦੇ ਨਾਲ ਤਕਰੀਬਨ 20 ਰਾਉਂਡ ਜਿਮੀ ਸਲਾਈਸ ਸੰਧੂ ਉੱਤੇ ਬਰਸਾਏ ਗਏ, ਜਿਸ ਤੋਂ ਬਾਅਦ ਜਿਮੀ ਸੰਧੂ ਦੀ ਮੌਕੇ ਤੇ ਹੀ ਮੌਤ ਹੋ ਗਈ। ਬੀਚ ਤੋਂ ਫਰਾਰ ਹੁੰਦੇ ਸਮੇਂ ਦੋਵੇਂ ਹਮਲਾਵਰਾਂ ਨੇ ਆਪਣੀਆਂ ਪਿਸਤੌਲਾਂ ਜਿਨ੍ਹਾਂ ਦੇ ਨਾਲ ਕਤਲ ਕੀਤੇ ਗਏ ਸੀ, ਉਹਨਾਂ ਪਿਸਤੌਲਾਂ ਨੂੰ ਸਮੁੰਦਰ ਦੇ ਵਿੱਚ ਸਿੱਟ ਦਿੱਤਾ। ਜਿਹੜੇ ਕੱਪੜੇ ਇਹਨਾਂ ਵੱਲੋਂ ਪਾਏ ਗਏ ਸੀ ਉਹਨਾਂ ਨੂੰ ਵੀ ਡਸਟਬਿਨ ਦੇ ਵਿੱਚ ਇਹਨਾਂ ਨੇ ਸਿੱਟਿਆ, ਜਿਸ ਤੋਂ ਬਾਅਦ ਇਹ ਫਲਾਈਟ ਫੜ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਜਦੋਂ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਰਾਇਲ ਥਾਈ ਪੁਲਿਸ ਵੱਲੋਂ ਕੀਤੀ ਗਈ, ਕੁਝ ਹੀ ਦਿਨਾਂ ਹਫ਼ਤਿਆਂ ਦੀ ਇੰਟੈਂਸ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋ ਗਿਆ ਕਿ ਜਿਮੀ ਸੰਧੂ ਦੇ ਜਿਹੜੇ ਕਾਤਲ ਸਨ ਉਹ ਕੈਨੇਡਾ ਤੋਂ ਥਾਈਲੈਂਡ ਪਹੁੰਚੇ ਸਨ। 에ਅਰਪੋਰਟ ਦੇ ਉੱਤੇ ਇਹਨਾਂ ਲੋਕਾਂ ਦੀ ਜਿਹੜੀ ਪ੍ਰੈਜ਼ੈਂਸ ਦਸੰਬਰ 18 ਨੂੰ ਦਰਜ ਕੀਤੀ ਗਈ ਸੀ ਤੇ ਫਰਵਰੀ ਦੇ ਪਹਿਲੇ ਹਫ਼ਤੇ ਜਦੋਂ ਇਹਨਾਂ ਨੇ ਵਾਪਸੀ ਦੀ ਫਲਾਈਟ ਲਈ, ਉਹ ਸਾਰੀ ਦੀ ਸਾਰੀ ਵੀਡੀਓਗ੍ਰਾਫ ਤਸਵੀਰਾਂ ਜਿਹੜੀਆਂ ਸੀ ਉਹ ਪੁਲਿਸ ਕੋਲ ਮਿਲ ਚੁੱਕੀਆਂ ਸਨ। ਸੋ ਇਹਨਾਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਯਾਨੀ ਕਿ ਜਿਹੜੇ ਨਾਂ ਦੇ ਉੱਤੇ ਇਹ ਲੋਕ ਟਰੈਵਲ ਕੀਤੇ ਉਹ ਇਹਨਾਂ ਦੇ ਓਰੀਜਨਲ ਨਾਂ ਸੀ। ਅੰਡਰਵਰਲਡ ਦੇ ਵਿੱਚ ਇਸ ਨੂੰ ਇੱਕ ਬਹੁਤ ਹੀ ਸ਼ੈਵੀ ਜੌਬ ਕਿਹਾ ਜਾਂਦਾ ਹੈ, ਯਾਨੀ ਕਿ ਗਲਤ ਤਰੀਕੇ ਦੇ ਨਾਲ ਕੀਤਾ ਗਿਆ ਆਪਰੇਸ਼ਨ, ਜਿਸ ਦੇ ਤਹਿਤ ਸ਼ੂਟਰਾਂ ਦੀਆਂ ਪਛਾਣਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਇਡੈਂਟੀਫਾਈ ਹੋ ਗਈਆਂ। ਰਾਇਲ ਥਾਈ ਪੁਲਿਸ ਵੱਲੋਂ ਵਾਰੰਟ ਜਿਹੜੇ ਸੀ ਜਾਰੀ ਕੀਤੇ ਗਏ, ਇੰਟਰਪੋਲ ਦੇ ਵਾਰੰਟ ਸੀ, ਜਿਸ ਤੋਂ ਬਾਅਦ ਐਲਬਰਟਾ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਸ਼ੂਟਰ ਮੈਥਿਊ ਡਿਊਪਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਸੰਬਰ 2022 ਦੇ ਵਿੱਚ ਦੋਵਾਂ ਹਥਿਆਰਿਆਂ ਦੇ ਵਿੱਚੋਂ ਫੜੇ ਗਏ ਮੈਥਿਊ ਡਿਊਪਰੇ ਦੀ ਐਕਸਟ੍ਰਾਡੀਸ਼ਨ ਐਲਬਰਟਾ ਕੋਰਟ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਸੰਭਵ ਹੋ ਪਾਈ ਅਤੇ ਮਈ 2023 ਦੇ ਵਿੱਚ ਉਸ ਨੂੰ ਥਾਈਲੈਂਡ ਐਕਸਟ੍ਰਾਡਾਈਟ ਕਰਤਾ ਗਿਆ। ਜਿਹੜਾ ਦੂਸਰਾ ਜੋ ਕਿ ਪ੍ਰਮੁੱਖ ਸ਼ੂਟਰ ਸੀ ਕਾਰ ਲਾ ਕੈਂਪ, ਉਸ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਉਸ ਦੀ ਮੌਤ ਕਿਹੜੇ ਹਾਲਾਤਾਂ ਦੇ ਵਿੱਚ ਹੋਈ ਇਸ ਦੇ ਬਾਰੇ ਕੁਝ ਪਤਾ ਨਹੀਂ, ਲੇਕਿਨ ਮੰਨਿਆ ਇਹ ਜਾਂਦਾ ਕਿ ਉਸ ਵੱਲੋਂ ਆਤਮ ਹੱਤਿਆ, ਖੁਦਕੁਸ਼ੀ ਕੀਤੀ ਗਈ, ਖੁਦਕੁਸ਼ੀ ਹੋਈ ਜਾਂ ਉਸ ਦਾ ਕਿਸੇ ਨੇ ਕਤਲ ਕੀਤਾ, ਇਸ ਬਾਰੇ ਵੀ ਕੋਈ ਪੱਕੀ ਜਾਣਕਾਰੀ ਰਸਾਲਿਆਂ ਦੇ ਵਿੱਚ ਇਨਵੈਸਟੀਗੇਟਿਵ ਜਿਹੜੀਆਂ ਰਿਪੋਰਟਸ ਆਈਆਂ ਨੇ ਉਹਨਾਂ ਦੇ ਵਿੱਚ ਪੱਕੇ ਤੌਰ ਤੇ ਨਹੀਂ ਮਿਲ ਪਾ ਰਹੀ ਹੈ। ਦੋਸਤੋ ਇੱਥੇ ਦੱਸਣਾ ਚਾਹਾਂਗਾ ਕਿ ਜਿਮੀ ਸਲਾਈਸ ਸੰਧੂ ਬਹੁਤ ਹੀ ਘੱਟ ਉਮਰ ਦੇ ਵਿੱਚ ਕੈਨੇਡਾ ਦੇ ਅੰਡਰਵਰਲਡ ਦੇ ਵਿੱਚ ਉਸ ਦਾ ਉਭਾਰ ਹੁੰਦਾ ਹੈ। ਹਾਲਾਂਕਿ ਉਸ ਵੱਲੋਂ ਮੈਟ ਕੈਂਪਬੈਲ ਦਾ ਮਰਡਰ ਕੀਤਾ ਗਿਆ ਸੀ ਜਾਂ ਨਹੀਂ ਕੀਤਾ ਗਿਆ ਸੀ, ਅਦਾਲਤ ਨੇ ਉਸ ਦੇ ਖਿਲਾਫ ਜਿਹੜੇ ਸਬੂਤ ਸੀ ਉਹਨਾਂ ਨੂੰ ਕੱਟ ਪਾਇਆ ਸੀ, ਇਸੇ ਕਰਕੇ ਉਸ ਨੂੰ ਇਸ ਕੇਸ ਦੇ ਵਿੱਚ ਚਾਰਜ ਕੀਤੇ ਜਾਣ ਦੇ ਬਾਵਜੂਦ ਸਜ਼ਾ ਨਹੀਂ ਮਿਲ ਪਾਈ ਸੀ। ਲੇਕਿਨ ਭਾਰਤ ਦੇ ਵਿੱਚ ਉਸਨੇ ਜਿਹੜੇ 2.5 ਸਾਲ ਬਤੀਤ ਕੀਤੇ, ਬਹੁਤ ਹੀ ਘੱਟ ਸਮੇਂ ਦੇ ਵਿੱਚ ਉਸਨੇ ਆਪਣਾ ਡਰੱਗ ਦਾ ਐਮਪਾਇਰ ਬਹੁਤ ਵੱਡੇ ਪੱਧਰ ਉੱਤੇ ਖੜਾ ਕਰ ਲਿਆ ਸੀ। ਇਸ ਤੋਂ ਬਾਅਦ ਜੋ ਉਸਨੇ ਵੀਅਤਨਾਮ, ਮਲੇਸ਼ੀਆ ਅਤੇ ਥਾਈਲੈਂਡ ਵਿੱਚ ਰਹਿੰਦਿਆਂ ਹੋਇਆ ਕੀਤਾ, ਜਿਮੀ ਸੰਧੂ ਜਾਂ ਫਿਰ ਅਜਿਹੇ ਕਿਸੇ ਵੀ ਸਮਗਲਰ ਬਾਰੇ ਇਹ ਗੱਲਬਾਤ ਮੰਨੀ ਜਾ ਸਕਦੀ ਹੈ ਕਿ ਅਜਿਹੇ ਸਮਗਲਰ ਖੁਦ ਬ ਖੁਦ ਕੁਝ ਨਹੀਂ ਹੁੰਦੇ। ਇਹਨਾਂ ਦੇ ਪਿੱਛੇ ਬਹੁਤ ਵੱਡੇ ਸਿੰਡੀਕੇਟ ਕਾਟਿਲ ਕੰਮ ਕਰਦੇ ਨੇ, ਜੋ ਕਿ ਓਵਰਨਾਈਟ ਕੁਝ ਮਹੀਨਿਆਂ, ਕੁਝ ਸਾਲਾਂ ਦੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹਨਾਂ ਨੂੰ ਨਸ਼ੇ ਦੇ ਕਾਰੋਬਾਰ ਦੇ ਐਡੇ ਵੱਡੇ ਖਿਡਾਰੀ ਬਣਾ ਦਿੰਦੇ ਨੇ। ਸੋ ਸ਼ਾਇਦ ਇਸ ਨੇ ਉਹਨਾਂ ਗੈਂਗਸ ਲਈ ਉਹੀ ਕੰਮ ਕੀਤਾ, ਦੁਨੀਆ ਦੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਬੈਠ ਕੇ ਨਸ਼ੇ ਦੀਆਂ ਲੈਬਸ, ਨਸ਼ੇ ਦੀਆਂ ਫੈਕਟਰੀਜ਼ ਨੂੰ ਸਥਾਪਿਤ ਕੀਤਾ। ਭਾਰਤ ਦੇ ਵਿੱਚ ਇਸ ਦੀ ਸਟੈਂਟ ਯਾਨੀ ਕਿ ਇਸ ਦਾ ਸਮਾਂ ਮਹਿਜ਼ 2.5 ਸਾਲ ਦਾ ਸੀ, ਲੇਕਿਨ ਜੇ ਇਹ ਭਾਰਤ ਦੇ ਵਿੱਚ ਹੋਰ ਸਮਾਂ ਕੰਮ ਕਰਦਾ, ਇਸ ਦਾ ਇਰਾਦਾ ਪੰਜਾਬ ਦੇ ਵਿੱਚ ਇੱਕ ਕੋਕੇਨ ਦਾ ਬਿਜ਼ਨਸ ਜਾਂ ਕੋਕੇਨ ਦੀ ਸਪਲਾਈ ਲਾਈਨ ਸ਼ੁਰੂ ਕਰਨ ਦਾ ਸੀ। ਜਿਵੇਂ ਕਿ ਮੈਂ ਸ਼ਾਇਦ ਆਪਣੀ ਪਿਛਲੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ, ਕੋਕੇਨ ਦੀ ਜਿਹੜੀ ਬੈਕ ਐਂਡ ਉੱਤੇ ਸਪਲਾਈ ਹੈ ਕੋਲੰਬੀਆ ਜਾਂ ਮੈਕਸੀਕੋ ਵਰਗੇ ਮੁਲਕਾਂ ਤੋਂ ਇਹਨਾਂ ਨੂੰ ਬਹੁਤ ਹੀ ਸੁਖਾਲੇ ਤਰੀਕੇ ਦੇ ਨਾਲ ਉਪਲਬਧ ਸੀ। ਉਹ ਇੱਕ ਵੱਖਰਾ ਫੈਕਟਰ ਹੈ ਕਿ ਭਾਰਤ ਦੇ ਬਹੁਤ ਸੇ ਰਾਜਾਂ ਦੇ ਵਿੱਚ ਕੋਕੇਨ ਉਹ ਡਰੱਗ ਨਹੀਂ ਹੈ ਜਿਸ ਨੂੰ ਨਸ਼ੇ ਦੀ ਲੱਤ ਦੇ ਸ਼ਿਕਾਰ ਲੋਕ ਜਿਸ ਦਾ ਸੇਵਨ ਕਰਨਾ ਬਿਹਤਰ ਸਮਝਦੇ ਨੇ, ਪਸੰਦ ਕਰਦੇ ਨੇ। ਸੋ ਦੋਸਤੋ, ਅੱਜ ਦੀ ਇਸ ਰਿਪੋਰਟ ਜਿਸ ਦੇ ਵਿੱਚ ਆਪਾਂ ਜਿਮੀ ਸਲਾਈਸ ਸੰਧੂ ਨੂੰ ਕਿਵੇਂ ਥਾਈਲੈਂਡ ਦੇ ਫੂਕੇ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ, ਟਾਰਗੇਟ ਕੀਤਾ ਗਿਆ, ਉਸੇ ਦੇ ਨਾਲ ਆਪਣੇ ਇਸ ਸੀਜ਼ਨ 2 ਨੂੰ ਕੰਕਲੂਡ ਕਰਦੇ ਹਾਂ। 6 ਰਿਪੋਰਟਸ ਬਣਾਈਆਂ ਨੇ। ਪਹਿਲੀ ਵਾਰ ਜਿਹੜੀ ਮੇਰੀ ਸੀਰੀਜ਼ ਚੱਲੀ ਸੀ ਉਸ ਦੇ ਵਿੱਚ ਵੀ ਸ਼ਾਇਦ 4 ਰਿਪੋਰਟਾਂ ਮੈਂ ਬਣਾਈਆਂ ਸੀ। ਸੋ ਡਰੱਗਸ ਦੇ ਉੱਤੇ ਤਕਰੀਬਨ 11-12 ਰਿਪੋਰਟਾਂ ਬਣ ਚੁੱਕੀਆਂ ਨੇ। ਅਗਲੇ ਸੀਜ਼ਨ ਜਾਂ ਅਗਲੀ ਲੜੀ ਨੂੰ ਕੁਝ ਮਹੀਨੇ ਬਾਅਦ ਦੁਬਾਰਾ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗਾ, ਕਿਉਂਕਿ ਬਹੁਤ ਹੋਰ ਵੇਰਵੇ ਹੈਗੇ ਨੇ, ਲੇਕਿਨ ਇਸ ਲੜੀ ਨੂੰ ਜ਼ਿਆਦਾ ਐਕਸਟੈਂਡ ਨਹੀਂ ਕੀਤਾ ਜਾ ਸਕਦਾ। ਸੋ ਆਪਾਂ ਸਭ ਨੂੰ ਪੰਜਾਬ ਦੇ ਨਾਰਕੋਸ ਸੀਜ਼ਨ 3 ਦੀ ਅਜੇ ਉਡੀਕ ਕਰਨੀ ਪਏਗੀ। ਸੋ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਇਹ ਜੇ ਸੀਰੀਜ਼ ਠੀਕ ਲੱਗੀ ਹੋਏਗੀ ਇਸ ਬਾਰੇ ਕਮੈਂਟ ਟਿੱਪਣੀਆਂ ਜ਼ਰੂਰ ਕਰੋ ਕਮੈਂਟ ਸੈਕਸ਼ਨ ਦੇ ਵਿੱਚ। ਬਹੁਤ-ਬਹੁਤ ਧੰਨਵਾਦ। ਇੱਕ ਹੋਰ ਰਿਪੋਰਟ ਲੈ ਕੇ ਛੇਤੀ ਹੁੰਦੀ ਹੈ ਮੁਲਾਕਾਤ।